ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਿਰਲੇਖ ਹੈ ਆਤਮਾ ਦਾ ਸੰਗੀਤ। ਉਸ ਵਿੱਚੋਂ ਆਪ ਜੀ ਨੂੰ ਕੁਝ ਅੰਸ਼ ਪੜ੍ਹ ਕੇ ਸੁਣਾ ਰਹੇ ਹਾਂ ਜੀ। ਪ੍ਰਭੂ ਤਾਂ ਆਪਣੇ ਨਿਵਾਜੇ ਮਨੁੱਖ ਦੀ ਆਵਾਜ਼ ਵਿੱਚ ਵਿਦਮਾਨ ਹੈ। ਉਹ ਇਸ ਦੇ ਸੰਸਾਰ ਵਿੱਚ ਇਸ ਤਰ੍ਹਾਂ ਵਿਚਰਦਾ ਹੈ ਜਿਵੇਂ ਦੀਪਕ ਵਿੱਚ ਪ੍ਰਕਾਸ਼, ਜਿਵੇਂ ਗੁਲਾਬ ਦੀਆਂ ਪੱਤੀਆਂ ਵਿੱਚ ਮਹਿਕ। ਇਸ ਤਰ੍ਹਾਂ ਹੁੰਦਾ ਹੈ ਜਿਵੇਂ ਪੰਛੀ ਊਸ਼ਾ ਦੀ ਛੋਹ ਦੇ ਲੱਗਣ ਸਾਰ ਆਪ ਮੁਹਾਰੇ ਹੀ ਗੀਤ ਗਾਉਣ ਲੱਗ ਪੈਂਦੇ ਹਨ, ਪਰ ਇਹ ਨਹੀਂ ਜਾਣਦੇ ਹੁੰਦੇ ਕਿ ਇਹ ਸਭ ਕੁਝ ਕਿਵੇਂ ਵਾਪਰ ਰਿਹਾ ਹੈ। ਸ਼ਬਦ ਅਰਥਾਤ ਲੋਗੋਸ ਯਾਨੀ ਸ਼ਬਦ ਬ੍ਰਹਮ ਦਾ ਵੀ ਇੱਕ ਰੂਪ ਹੈ। ਇਹ ਕੇਵਲ ਨਾਦ ਜਾਂ ਆਵਾਜ਼ ਨਹੀਂ ਹੈ, ਇਸ ਦੇ ਹੱਥ ਪੈਰ ਹਨ ਤੇ ਇਹ ਇੱਕ ਜਿਉਂਦਾ ਜਾਗਦਾ ਮਨੁੱਖ ਹੈ। ਇਹ ਜਿਉਂਦਾ ਜਾਗਦਾ ਵਿਅਕਤੀ ਹਰ ਥਾਂ ਚੱਲਦਾ ਫਿਰਦਾ ਹੈ। ਇਹ ਸ਼ਬਦ ਹੀ ਪ੍ਰਭੂ ਹੈ। ਇਸ ਸੰਸਾਰ ਲਈ ਕੇਵਲ ਇਤਨਾ ਹੀ ਕਾਫੀ ਹੈ, ਪਰ ਪਰਲੋਕ ਵਿੱਚ ਤੁਸੀਂ ਇਸ ਬਾਰੇ ਹੋਰ ਵਧੇਰੀਆਂ ਗੱਲਾਂ ਤੋਂ ਜਾਣੂ ਹੋ ਜਾਵੋਗੇ। ਉਸ ਦੇ ਨਾਮ ਤੋਂ ਜਾਣੂ ਹੋਵੋ ਅਤੇ ਇਸ ਦਾ ਸਿਮਰਨ ਕਰੋ। ਇਸ ਉਪਰੰਤ ਉਡੀਕ ਕਰੋ। ਥੋੜਾ ਚਿਰ ਪਿੱਛੋਂ ਸਭ ਕੁਝ ਤੁਹਾਡੇ ਲਈ ਆਪਣੇ ਆਪ ਪ੍ਰਗਟ ਹੋ ਜਾਵੇਗਾ। ਤੁਹਾਨੂੰ ਉਹਨਾਂ ਵਡੇਰੀਆਂ ਪ੍ਰੀਤਾਂ ਦਾ ਬੋਧ ਹੋਵੇਗਾ ਜਿਨ੍ਹਾਂ ਨੂੰ ਇੱਥੇ ਹਾਲੀ ਤੁਸੀਂ ਨਹੀਂ ਜਾਣਿਆ। ਕੀ ਮੈਂ ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਉਸ ਦੇ ਨਾਮ ਨੂੰ ਬਾਰੰਬਾਰ ਜਪੋ? ਜਿਹੜੀ ਰਸਨਾ ਉਸ ਦਾ ਨਾਮ ਨਹੀਂ ਜਪਦੀ, ਚੰਗਾ ਹੈ ਉਸ ਨੂੰ ਤਿਲ ਤਿਲ ਕਰਕੇ ਕੱਢ ਦਿੱਤਾ ਜਾਵੇ। ਤੁਸਾਂ ਮੇਰੇ ਹੁਕਮ ਨੂੰ ਮੰਨਿਆ ਤੇ ਨਦੀ ਕਿਨਾਰੇ ਭਗਵੇਂ ਕੱਪੜੇ ਪਾ ਕੇ ਸ਼ਾਂਤ ਵਾਤਾਵਰਣ ਵਿੱਚ ਬੈਠ ਕੇ ਹਰੀ ਹਰੀ ਦਾ ਉਚਾਰਨਾ ਸ਼ੁਰੂ ਕਰ ਦਿੱਤਾ। ਇਹ ਤੁਸੀਂ ਠੀਕ ਗੱਲ ਨਹੀਂ ਸੀ ਕੀਤੀ। ਤੁਸੀਂ ਮੈਨੂੰ ਸਮਝਿਆ ਹੀ ਨਹੀਂ ਸੀ। ਵੇਖੋ, ਇੱਕ ਹੋਰ ਮਨੁੱਖ ਵੀ ਉੱਥੇ ਮੌਜੂਦ ਸੀ ਜਿਸ ਨੇ ਆਪਣੀ ਤਲਵਾਰ ਸੂਤ ਕੇ ਇੱਕ ਜੰਗਲੀ ਜਾਨਵਰ ਨੂੰ ਮਾਰ ਦਿੱਤਾ ਤੇ ਜਿਸ ਨੇ ਇੱਕ ਇਸਤਰੀ ਦੇ ਅਪਮਾਨਿਤ ਹੋਣ ਤੋਂ ਉਸ ਨੂੰ ਬਚਾ ਲਿਆ, ਪਰ ਆਪ ਮਾਰਿਆ ਗਿਆ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਸਨੇ ਆਪਣੀ ਮ੍ਰਿਤੂ ਦੁਆਰਾ ਪਰਮਾਤਮਾ ਨੂੰ ਪਾ ਲਿਆ, ਪਰ ਤੁਸੀਂ ਸਾਰੀ ਉਮਰ ਨਦੀ ਕੰਢੇ ਬੈਠ ਹਰੀ ਹਰੀ ਦਾ ਉਚਾਰਨ ਕਰਕੇ ਵੀ ਮੈਨੂੰ ਨਹੀਂ ਜਾਣ ਸਕੇ। ਫਿਰ ਦੁਹਰਾ ਦਈਏ ਜੀ, ਕੀ ਮੈਂ ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਉਸ ਦੇ ਨਾਮ ਨੂੰ ਬਾਰੰਬਾਰ ਜਪੋ? ਜਿਹੜੀ ਰਸਨਾ ਉਸ ਦਾ ਨਾਮ ਨਹੀਂ ਜਪਦੀ, ਚੰਗਾ ਹੈ ਉਸ ਨੂੰ ਤਿਲ ਤਿਲ ਕਰਕੇ ਕੱਢ ਦਿੱਤਾ ਜਾਵੇ। ਤੁਸਾਂ ਮੇਰੇ ਹੁਕਮ ਨੂੰ ਮੰਨਿਆ ਤੇ ਨਦੀ ਕਿਨਾਰੇ ਭਗਵੇਂ ਕੱਪੜੇ ਪਾ ਕੇ ਸ਼ਾਂਤ ਵਾਤਾਵਰਣ ਵਿੱਚ ਬੈਠ ਕੇ ਹਰੀ ਹਰੀ ਦਾ ਉਚਾਰਨਾ ਸ਼ੁਰੂ ਕਰ ਦਿੱਤਾ। ਇਹ ਤੁਸੀਂ ਠੀਕ ਗੱਲ ਨਹੀਂ ਸੀ ਕੀਤੀ। ਤੁਸੀਂ ਮੈਨੂੰ ਸਮਝਿਆ ਹੀ ਨਹੀਂ ਸੀ। ਵੇਖੋ, ਇੱਕ ਹੋਰ ਮਨੁੱਖ ਵੀ ਉੱਥੇ ਮੌਜੂਦ ਸੀ ਜਿਸ ਨੇ ਆਪਣੀ ਤਲਵਾਰ ਸੂਤ ਕੇ ਇੱਕ ਜੰਗਲੀ ਜਾਨਵਰ ਨੂੰ ਮਾਰ ਦਿੱਤਾ ਤੇ ਜਿਸ ਨੇ ਇੱਕ ਇਸਤਰੀ ਦੇ ਅਪਮਾਨਿਤ ਹੋਣ ਤੋਂ ਉਸ ਨੂੰ ਬਚਾ ਲਿਆ, ਪਰ ਆਪ ਮਾਰਿਆ ਗਿਆ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਸ ਨੇ ਆਪਣੇ ਮ੍ਰਿਤੂ ਦੁਆਰਾ ਪਰਮਾਤਮਾ ਨੂੰ ਪਾ ਲਿਆ, ਪਰ ਤੁਸੀਂ ਸਾਰੀ ਉਮਰ ਨਦੀ ਕੰਢੇ ਬੈਠ ਹਰੀ ਹਰੀ ਦਾ ਉਚਾਰਨ ਕਰਕੇ ਵੀ ਮੈਨੂੰ ਨਹੀਂ ਜਾਣ ਸਕੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਪ੍ਰਭੂ ਦਾ ਵੀ ਇੱਕ ਵਿਚਿੱਤਰ ਵਿਧਾਨ ਹੈ। ਉਸ ਦੇ ਦਰਬਾਰ ਵਿੱਚ ਚੋਰਾਂ ਨੂੰ ਉਹਨਾਂ ਦੇ ਕੀਤੇ ਗਏ ਉੱਤਮ ਗੁਨਾਹਾਂ ਕਾਰਨ ਤਾਂ ਬਖਸ਼ ਦਿੱਤਾ ਜਾਂਦਾ ਹੈ, ਪਰ ਸੰਤਾਂ ਨੂੰ ਜ਼ਾਹਿਰੀ ਨਿਰਜਿੰਦ ਦਿਆਲਤਾ ਕਾਰਨ ਬੰਨ ਲਿਆ ਜਾਂਦਾ ਹੈ। ਪ੍ਰਭੂ ਦੇ ਨਾਮ ਨੂੰ ਬਾਰੰਬਾਰ ਦੁਹਰਾਓ, ਪਰ ਜਦੋਂ ਤੱਕ ਤੁਸੀਂ ਗੁਰੂ ਜੀ ਤੋਂ ਉਸ ਦੇ ਪ੍ਰੇਮ ਦੀ ਜਾਂਚ ਨਹੀਂ ਸਿੱਖ ਲੈਂਦੇ, ਇਸ ਨਾਮ ਨੂੰ ਰਟਣ ਦਾ ਕੋਈ ਲਾਭ ਨਹੀਂ ਹੈ। ਹਾਂਜੀ, ਪ੍ਰਭੂ ਦੇ ਨਾਮ ਨੂੰ ਬਾਰੰਬਾਰ ਦੁਹਰਾਓ, ਪਰ ਜਦੋਂ ਤੱਕ ਤੁਸੀਂ ਗੁਰੂ ਜੀ ਤੋਂ ਉਸ ਦੇ ਪ੍ਰੇਮ ਦੀ ਜਾਂਚ ਨਹੀਂ ਸਿੱਖ ਲੈਂਦੇ, ਇਸ ਨਾਮ ਨੂੰ ਰਟਣ ਦਾ ਕੋਈ ਲਾਭ ਨਹੀਂ ਹੈ। ਇਹ ਪ੍ਰੇਮ ਹੀ ਇਸ ਧਰਤੀ ਉੱਤੇ ਉਸ ਦਾ ਨਾਮ ਹੈ। ਪ੍ਰੇਮ ਹੀ ਪ੍ਰਭੂ ਦਾ ਨਾਮ ਹੈ। ਇਹ ਤੁਹਾਡੇ ਸਾਰੇ ਕਰਮਾਂ ਦੇ ਭਾਰ ਨੂੰ ਹਲਕਾ ਕਰ ਦੇਵੇਗਾ। ਇਸ ਲਈ ਤੁਹਾਨੂੰ ਆਪਣੇ ਨਾਲ ਨਿਰਜਿੰਦ ਆਚਾਰ ਸੰਗਤਾ ਚੁੱਕਣ ਦੀ ਕੋਈ ਲੋੜ ਨਹੀਂ ਪੈਂਦੀ। ਜੇ ਕੇਵਲ ਨਾਮ ਨੂੰ ਜੀਭ ਨਾਲ ਰਟਣ ਤੇ ਉਚਾਰਨ ਦੀ ਗੱਲ ਹੁੰਦੀ ਤਾਂ ਨਿੱਕੇ ਨੰਨੇ ਪੰਛੀ ਉਸ ਦਾ ਨਾਮ ਕਿਵੇਂ ਲੈਂਦੇ? ਸਾਰੀ ਸ੍ਰਿਸ਼ਟੀ ਉਸ ਪ੍ਰਭੂ ਦਾ ਗੁਣਗਾਇਨ ਕਰਦੀ ਹੈ।
ਮਨੁੱਖ ਤਾਂ ਉਸ ਦੀ ਸ੍ਰਿਸ਼ਟੀ ਦਾ ਇੱਕ ਤੁੱਛ ਜਿਹਾ ਭਾਗ ਹੀ ਹੈ। ਨਾਮ ਤਾਂ ਇੱਕ ਮੂਕ ਭਾਵਨਾ ਹੈ। ਇਸ ਦਾ ਪ੍ਰਗਟਾਵ ਤਾਂ ਪ੍ਰੇਮ ਦੇ ਸਮਰਪਣ ਦੇ ਪ੍ਰਗੀਤਾਂ ਦਾ ਆਪ ਮੁਹਾਰਾ ਫੁੱਟਣਾ ਹੈ। ਸਿਮਰਨ ਤਾਂ ਪ੍ਰਭੂ ਪ੍ਰੀਤਮ ਦੀ ਵੇਦਨਾ ਭਰੀ ਖਿੱਚ ਹੈ। ਇਹ ਇਸੇ ਤਰ੍ਹਾਂ ਦੀ ਵੇਦਨਾ ਭਰੀ ਯਾਦ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਸੱਕੇ ਸੋਹਦਰਿਆਂ ਤੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਹੋ, ਜਾਂ ਉਹਨਾਂ ਦੀ ਦੁੱਖ ਭਰੀ ਯਾਦ ਸਮਾਨ ਹੈ ਜੋ ਤੁਹਾਡੇ ਕੋਲੋਂ ਵਿਛੜ ਗਏ ਹਨ। ਤੁਹਾਡੇ ਸਭ ਪ੍ਰੇਮ ਉਸ ਦੀ ਮਸਤਾਨਾ ਕਰ ਦੇਣ ਵਾਲੀ ਖੁਸ਼ੀ ਦੀ ਤੁਲਨਾ ਵਿੱਚ ਦੁਖਦਾਈ ਹਨ। ਸਿਮਰਨ ਤਾਂ ਜੀਵਨ ਦੇ ਗ੍ਰਹਿ ਪ੍ਰਬੰਧ ਦਾ ਵਿਧਾਨ ਹੈ। ਆਪਣੇ ਵੱਲ ਆਉਣ ਵਾਲੇ ਹਰ ਯਾਤਰੀ ਦੇ ਗੁਰੂ ਕਦਮ ਗਿਣਦਾ ਹੈ ਤੇ ਉਹ ਸਿਮਰਨ ਵਾਲੇ ਮਨੁੱਖ ਦੀ ਹਰ ਖਤਰੇ ਤੋਂ ਰੱਖਿਆ ਕਰਦਾ ਹੈ। ਜਦੋਂ ਕਿਸੇ ਮਨੁੱਖ ਦੇ ਬੁੱਲ ਉਸ ਦੇ ਨਾਮ ਨੂੰ ਉਚਾਰਦੇ ਹਨ ਤਾਂ ਕੋਈ ਵੀ ਤੱਤੀ ਵਾਹ ਉਸ ਨੂੰ ਪੋਹ ਨਹੀਂ ਸਕਦੀ। ਅਨੇਕ ਫਰਿਸ਼ਤਿਆਂ ਦੇ ਹੋਂਠ ਪ੍ਰਭੂ ਦੇ ਨਾਮ ਦਾ ਗਾਇਨ ਕਰ ਰਹੇ ਹਨ। ਇਹ ਤਾਂ ਵਾਹੋ ਵਾਹੋ ਦਾ ਵਿਸ਼ਵ ਵਿਆਪੀ ਗੀਤ ਹੈ। ਸਭ ਉਸ ਦੇ ਪ੍ਰੇਮ ਨੂੰ ਗਾਉਂਦੇ ਹਨ। ਉਸ ਦੇ ਮਹਾਨ ਪ੍ਰੇਮ ਦੁਆਰਾ ਤੁਹਾਨੂੰ ਉਸ ਦੀ ਹਜ਼ੂਰੀ ਵਿੱਚ ਠੌਰ ਮਿਲਦੀ ਹੈ। ਤੁਹਾਡੇ ਇਸ ਪਵਿੱਤਰ ਸਿਮਰਨ ਦੇ ਪਿਛੋਕੜ ਵਿੱਚ ਮੁਕਤਗਾਮੀ ਆਤਮਾਵਾਂ ਦਾ ਜਨ ਸਮੂਹ ਖੜਾ ਹੁੰਦਾ ਹੈ। ਜਦੋਂ ਤੁਸੀਂ ਉਸ ਨਾਮ ਦਾ ਬਾਰੰਬਾਰ ਜਾਪ ਕਰਦੇ ਹੋ ਜੋ ਉਸ ਦੀ ਸ਼ਾਨ ਦਾ ਵਿਸ਼ਵ ਵਿਆਪੀ ਮਿੱਠੜਾ ਸੰਗੀਤ ਹੈ, ਤਾਂ ਤੁਹਾਡੀ ਰਸਨਾ ਦੁਆਰਾ ਫਰਿਸ਼ਤੇ ਆ ਕੇ ਸਿਮਰਨ ਦੇ ਭਾਵਾਂ ਨੂੰ ਸੱਚੇ ਅਰਥ ਪ੍ਰਦਾਨ ਕਰਦੇ ਹਨ ਅਤੇ ਤੁਹਾਡੇ ਆਪੇ ਵਿੱਚ ਸੱਚੀ ਮਿਠਾਸ ਭਰ ਦਿੰਦੇ ਹਨ। ਤੁਹਾਡੇ ਆਪੇ ਦਾ ਅੰਤਮ ਸਰੂਪ ਅਰਥਾਤ ਤੁਹਾਡਾ ਆਤਮਿਕ ਸਰੂਪ ਤੁਹਾਡੇ ਤੋਂ ਬਾਹਰ ਆਉਂਦਾ ਹੈ। ਇਸ ਲਈ ਪੰਛੀਓ, ਤੁਸੀਂ ਆਪਣੇ ਚਾਂਦੀ ਰੰਗੇ ਖੰਭਾਂ ਨਾਲ ਅਨੰਤ ਨੀਲਾਨਾਂ ਵਿੱਚ ਉੱਚਾ ਉੱਡੋ ਅਤੇ ਉਸ ਮਹਾਨ ਪ੍ਰਕਾਸ਼ ਵਿੱਚ ਆਪਣੇ ਖੰਭਾਂ ਨੂੰ ਫੜਫੜਾਓ। ਸਿਮਰਨ ਤਾਂ ਉਹ ਆਤਮਿਕ ਗੀਤ ਹੈ ਜਿਸ ਦੀਆਂ ਮਧੁਰ ਧੁਨਾਂ ਉੱਚੇ ਅਦ੍ਰਿਸ਼ਟ ਮੰਡਲਾਂ ਵਿੱਚ ਛਿੜਦੀਆਂ ਹੁੰਦੀਆਂ ਹਨ ਅਤੇ ਜਿਨ੍ਹਾਂ ਦੀਆਂ ਗੂੰਜਾਂ ਇੱਥੇ ਤੁਹਾਡੀ ਆਤਮਾ ਵਿੱਚ ਸੁਣਾਈ ਦਿੰਦੀਆਂ ਹਨ। ਜਿਸ ਤਰ੍ਹਾਂ ਸਾਰੇ ਗ੍ਰਹਿ ਵਿਸ਼ੇਸ਼ ਆਕਰਸ਼ਣ ਵਿੱਚ ਬੱਝੇ ਪਏ ਹਨ, ਇਸੇ ਤਰ੍ਹਾਂ ਆਤਮਾਵਾਂ ਵੀ ਪਰਸਪਰ ਰੂਪ ਵਿੱਚ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ। ਆਤਮਾਵਾਂ ਦੇ ਵੀ ਵੱਡੇ ਵੱਡੇ ਸਮੂਹ ਜੁੜ ਬੈਠਦੇ ਹਨ। ਇੰਜ ਤੁਹਾਡੇ ਸਰੀਰ ਵਿੱਚ ਦੇਵਤੇ ਆ ਕੇ ਪ੍ਰਵੇਸ਼ ਕਰ ਜਾਂਦੇ ਹਨ ਜੋ ਤੁਹਾਡੇ ਨਾਲ ਰਲ ਕੇ ਆਪਣੇ ਵਾਦਨਾਂ ਦੀ ਸੰਗਤ ਵਿੱਚ ਵਾਹੋ ਵਾਹੋ ਦਾ ਗੀਤ ਗਾਉਂਦੇ ਹਨ। ਪ੍ਰਭੂ ਪ੍ਰੀਤਮ ਤਾਂ ਆਪ ਸੰਗਤ ਸਰੂਪ ਵੀ ਹੈ ਅਤੇ ਉਸ ਸਾਰੀ ਸੰਗਤ ਵਿੱਚ ਮੁੱਖ ਕੇਂਦਰੀ ਪਾਤਰ ਵੀ ਜੋ ਸਾਰੀ ਸੰਗਤ ਨੂੰ ਪ੍ਰਕਾਸ਼ਮਾਨ ਕਰਦਾ ਹੈ। ਇਹ ਤਾਂ ਮਨਸਾ ਤ੍ਰਿਸ਼ਨਾ ਤੋਂ ਉੱਪਰ ਉੱਠ ਕੇ ਤੁਹਾਡੇ ਅੰਦਰ ਦੇਵ ਮੰਡਲ ਦਾ ਆ ਕੇ ਨਿਵਾਸ ਕਰ ਲੈਣਾ ਹੈ। ਇੱਥੇ ਵਿਚਰਦਿਆਂ ਹੋਇਆਂ ਵੀ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ, ਜਾਂ ਫਿਰ ਇਹ ਤੁਹਾਡੇ ਅਰਧਮੁੰਦੇ ਨੈਣਾਂ ਵਿੱਚ ਉਸ ਪ੍ਰੇਮ ਦੇ ਪਰਮਾਨੰਦ ਦਾ ਆਸਮਾਵਣਾ ਹੈ ਜੋ ਦੇਵ ਮੰਡਲ ਦੇ ਸਭ ਥਾਨ ਥਨੰਤਰਾਂ ਵਿੱਚ ਰਮਿਆ ਹੋਇਆ ਹੈ। ਕੇਵਲ ਗੁਰੂ ਨੇ ਹੀ ਸੱਚੇ ਅਰਥਾਂ ਵਿੱਚ ਪ੍ਰਭੂ ਪ੍ਰੀਤਮ ਦੇ ਦਰਸ਼ਨ ਕੀਤੇ ਅਤੇ ਉਸ ਨੂੰ ਜਾਣਿਆ ਹੈ। ਜਿਸ ਕਿਸੇ ਦੀ ਵੀ ਭੇਟ ਗੁਰੂ ਜੀ ਨਾਲ ਹੋਈ ਹੈ, ਜਾਂ ਜਿਸ ਕਿਸੇ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ ਹਨ ਅਤੇ ਗੁਰੂ ਜੀ ਦੇ ਦਰ ਦੇ ਰਾਗ ਰਤਨ ਪਰਿਵਾਰ ਪਰੀਆਂ ਦੇ ਸੰਗੀਤ ਮੰਡਲ ਵਿੱਚ ਸ਼ਾਮਲ ਹੋ ਕੇ ਪ੍ਰਭੂ ਦੇ ਨਾਮ ਦਾ ਗਾਇਨ ਕੀਤਾ ਹੈ, ਉਸ ਨੂੰ ਗੁਰੂ ਤੋਂ ਉਚੇਰੇ ਕਿਸੇ ਪ੍ਰਭੂ ਨੂੰ ਮਿਲਣ ਦੀ ਇੱਛਾ ਹੀ ਨਹੀਂ ਰਹਿੰਦੀ। ਗੁਰੂ ਤਾਂ ਤੁਹਾਡੇ ਸਵਾਸ ਵਿੱਚ ਪ੍ਰੇਮ ਨੂੰ ਭਰ ਦਿੰਦਾ ਹੈ ਤੇ ਉਸ ਮਹਾਨ ਧਿਆਨੀ ਕਲਪਨਾ ਵੱਲ ਤੁਹਾਡੇ ਕਦਮਾਂ ਨੂੰ ਤੇਜ਼ ਅੱਗੇ ਵਧਾ ਦਿੰਦਾ ਹੈ, ਜਿਸ ਵਿੱਚੋਂ ਸਤ ਸਰੂਪ ਸਤਿਅਮ ਸ਼ਿਵਮ ਸੁੰਦਰਮ ਦੇ ਦੀਦਾਰ ਆਉਂਦੇ ਹਨ। ਮੈਂ ਤੁਹਾਨੂੰ ਤੁਹਾਡੇ ਖੰਭਾਂ ਦੇ ਬਲ ਤੋਂ ਪਰੇ ਉੱਡਣ ਲਈ ਨਹੀਂ ਆਖਦਾ। ਮੈਂ ਆਪ ਆ ਕੇ ਸਾਰੇ ਆਕਾਸ਼ ਨੂੰ ਤੁਹਾਡੇ ਖੰਭਾਂ ਨਾਲ ਜੋੜ ਦਿੰਦਾ ਹਾਂ। ਤੁਹਾਡੇ ਆਪਣੇ ਖੰਭਾਂ ਨੂੰ ਫੜਫੜਾਉਣ ਨਾਲ ਤੁਹਾਡੇ ਵਿੱਚ ਸਾਰੇ ਆਕਾਸ਼ ਦੀ ਖੁਸ਼ੀ ਆ ਸਮਾਉਂਦੀ ਹੈ। ਆਪਣੇ ਅੰਦਰ ਨੂੰ ਇਸ ਪਰਮ ਸ਼ਾਂਤੀ ਤੇ ਪਰਮ ਆਨੰਦ ਨਾਲ ਭਰਪੂਰ ਕਰ ਲਓ। ਇੱਥੇ ਸਭ ਅੱਛਾ ਹੈ ਤੇ ਤੁਹਾਡੇ ਅੰਦਰ ਪ੍ਰਭੂ ਦਾ ਆਪਣਾ ਦਿਲ ਹੀ ਧੜਕ ਰਿਹਾ ਹੁੰਦਾ ਹੈ। ਪ੍ਰਭੂ ਪ੍ਰੀਤਮ ਤਾਂ ਤੁਹਾਡੇ ਕੋਲ ਵਾਰ-ਵਾਰ ਉਸ ਬਾਲ ਦੀ ਨਿਆਈ ਆਉਂਦਾ ਹੈ ਜਿਸ ਨੂੰ ਇਹ ਵੀ ਕੋਈ ਪਤਾ ਨਹੀਂ ਹੁੰਦਾ ਕਿ ਤੁਹਾਡੇ ਦਿਲ ਅੰਦਰ ਕੋਈ ਕਿਰਨਾਂ ਦਾ ਭਾਵ ਵੀ ਮੌਜੂਦ ਹੈ। ਨੰਨੇ ਨਿੱਕੇ ਬਨਫਸ਼ੇ ਦੇ ਫੁੱਲ ਲਈ ਤਰੇਲ ਦਾ ਇੱਕ ਤੁਪਕਾ ਹੀ ਕਾਫੀ ਹੈ। ਪੰਛੀ ਲਈ ਉਸ ਦਾ ਤਿਣਕਿਆਂ ਦਾ ਆਲਣਾ ਹੀ ਸਭ ਕੁਝ ਹੈ। ਮਨੁੱਖ ਲਈ ਪ੍ਰਭੂ ਦਾ ਸ਼ਬਦ ਹੀ ਕਾਫੀ ਹੈ।
ਜੇ ਤੁਸੀਂ ਗੁਰੂ ਦੇ ਦੱਸੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹੋ ਤਾਂ ਇਸ ਸ਼ਬਦ ਦੇ ਅਨੁਭਵ ਨਾਲ ਤੁਸੀਂ ਪਰਮੇਸ਼ਰ ਨੂੰ ਵੀ ਪਾ ਲੈਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।